ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਔਨ ਦਾ ਈਵ ਆਫ ਵਰਲਡ ਹਾਰਟ ਡੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਰਾਕੇਂਦਰ ਸਿੰਘ ਜੀ ਦੇ ਨਾਲ, ਜੋ ਕਿ MD DM ਇੰਟਰਵੈਂਸ਼ਨ ਕਾਰਡੀਓਲੋਜਿਸਟ ਨੇ। ਡਾਕਟਰ ਰਾਕੇਂਦਰ ਸਿੰਘ ਜੀ ਪਿਛਲੇ ਲੰਬੇ ਸਮੇਂ ਤੋਂ ਆਦੇਸ਼ ਹਸਪੀਟਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਰਾਕੇਂਦਰ ਸਿੰਘ ਜੀ ਨੇ ਹਾਰਟ ਦੇ ਨਾਲ ਰਿਲੇਟਡ ਪ੍ਰੋਬਲਮਸ ਤੇ ਉਸ ਦੇ ਸੋਲਿਊਸ਼ਨਸ ਬਾਰੇ ਗੱਲਬਾਤ ਕੀਤੀ। ਆਓ ਕਰਦੇ ਹਾਂ ਗੱਲਬਾਤ ਡਾਕਟਰ ਰਾਕੇਂਦਰ ਸਿੰਘ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਰਾਕੇਂਦਰ, ਇੱਕ ਐਸਾ ਨਾਮ ਜਿਨ੍ਹਾਂ ਨੇ ਆਪਣੇ 16 ਸਾਲ ਦੇ ਕੈਰੀਅਰ ਦੇ ਵਿੱਚ ਆਦੇਸ਼ ਹਸਪੀਟਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਉਹ ਪੇਸ਼ੈਂਟਸ ਜਿਹੜੇ ਜੂਝ ਰਹੇ ਸੀ ਜ਼ਿੰਦਗੀ ਦੇ ਮੌਤ ਦੇ ਨਾਲ, ਹਾਰਟ ਦੇ ਪੇਸ਼ੈਂਟ ਸੀਗੇ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ, ਥੈਂਕ ਯੂ। ਡਾਕਟਰ, ਔਨ ਦੀ ਈਵ ਆਫ ਵਰਲਡ ਹਾਰਟ ਡੇ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਲਾਈਫ ਸਟਾਈਲ ਦੇ ਨਾਲ, ਤੁਸੀਂ ਲੋਕਾਂ ਨੂੰ ਕਾਉਂਸਲਿੰਗ ਦੇ ਨਾਲ ਇੱਕ ਜ਼ਿੰਦਗੀ ਦਿੱਤੀ, ਔਰ 15 ਸਾਲ ਹੋ ਗਏ ਉਹ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਬਿਲਕੁਲ ਇਹ ਲੱਗਦਾ ਸੀਗਾ ਕਿ ਇਹਨਾਂ ਨੂੰ ਵੱਡੀਆਂ ਜਿਹੜੀਆਂ ਹੈਗੀਆਂ ਸਰਜਰੀਜ਼ ਦੀ ਲੋੜ ਹੈ, ਉਹਨਾਂ ਨੂੰ ਵੀ ਤੁਸੀਂ ਆਪਣੇ ਨਾਲ ਅਟੈਚ ਕਰਕੇ ਅੱਜ ਔਨ ਮੈਡੀਸਨ ਔਰ ਕਾਉਂਸਲਿੰਗ ਦੀ ਗੱਲ ਕਰ ਲਈ, ਆਪਾਂ ਉਹਨਾਂ ਪੇਸ਼ੈਂਟਸ ਦੀ ਗੱਲ ਕਰ ਲਈ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਅਸੀਂ ਸ਼ਾਇਦ ਸਟੰਟਿੰਗ ਕਰਨੀ ਪਵੇ, ਉਹਨਾਂ ਨੂੰ ਵੀ ਤੁਸੀਂ ਵਿਦਆਊਟ ਸਟੰਟਿੰਗ ਜਿਹੜੀ ਹੈਗੀ ਜ਼ਿੰਦਗੀ ਦੇ ਦਿੱਤੀ। ਕੀ ਕਹਿਣਾ ਚਾਹੋਗੇ? ਸਰ, ਇਸ ਤਰ੍ਹਾਂ ਹੈ ਕਿ ਕਈ ਵਾਰ ਜਦੋਂ ਆਪਣੀ ਬਾਡੀ ਦਾ ਸਿਸਟਮ ਹੁੰਦਾ ਹੈ, ਜਿੰਨਾ ਬਾਡੀ ਨੂੰ ਐਗਜ਼ਰਟ ਕਰੋ ਉਨਾ ਹੀ ਬਾਡੀ ਇੰਪਰੂਵ ਕਰਦੀ ਹੈ। ਕਈ ਪੇਸ਼ੈਂਟਸ ਜਿਹੜੇ ਹਾਰਟ ਦੀ ਪੰਪਿੰਗ ਘੱਟ ਹੁੰਦੀ ਹੈ, ਉਹ ਲੋਕ ਬਿਲਕੁਲ ਹੀ ਬੈਠ ਜਾਂਦੇ ਹੈ, ਮੰਜੇ 'ਤੇ ਲੇਟ ਜਾਂਦੇ, ਤੁਰਦੇ ਹੀ ਨਹੀਂ ਹੈ। ਉਸ ਦੇ ਨਾਲ ਹਾਰਟ ਦਾ ਸਿਸਟਮ ਹੋਰ ਡਾਊਨ ਹੁੰਦਾ ਜਾਂਦਾ ਹੈ ਔਰ ਗ੍ਰੈਜੂਅਲੀ ਉਹ ਨੈਗੇਟਿਵ ਥਾਟਸ ਵਿੱਚ ਪੈ ਜਾਂਦੇ ਹੈ। ਜਦੋਂ ਇਹ ਲੋਕ ਅਗਰ ਬਾਡੀ ਨੂੰ ਐਡਜਸਟ ਕਰਨ, ਥੋੜ੍ਹਾ ਐਕਸਰਸਾਈਜ਼, ਥੋੜ੍ਹੀ ਵਾਕ ਸ਼ੁਰੂ ਕਰਨ, ਟਾਈਮ ਨਾਲ ਹੌਲੀ ਹੌਲੀ ਗ੍ਰੈਜੂਅਲੀ ਸਹਿਜੇ ਜੋ ਕਹਿੰਦੇ ਨਾ, ਸਹਿਜ ਪੱਕੇ ਸੋ ਮਿੱਠਾ ਹੋਏ, ਸੋ ਹੌਲੀ ਹੌਲੀ ਜਿਵੇਂ ਵਾਕਿੰਗ ਸ਼ੁਰੂ ਕਰਦੇ ਹੈ, ਐਕਸਰਸਾਈਜ਼ ਗ੍ਰੈਜੂਅਲੀ ਅਪ ਟਾਈਟਰੇਟ ਕਰਦੇ ਹੈ, ਹੌਲੀ ਹੌਲੀ ਵਧਾਉਂਦੇ ਹੈ, ਉਹਦੇ ਨਾਲ ਬਾਡੀ ਐਡਜਸਟ ਕਰਦੀ ਹੈ। ਜੇ ਮਸਲ ਵੀ ਬਿਲਡ ਕਰਨੇ ਆ ਤਾਂ ਇੱਕ ਦਿਨ 'ਚ 20 ਕਿਲੋ ਵਜ਼ਨ ਚੱਕ ਕੇ ਸਿੱਧਾ ਮਸਲ ਬਿਲਡ ਨਹੀਂ ਹੁੰਦੇ। ਤੁਹਾਨੂੰ ਪਹਿਲਾਂ 4 ਕਿਲੋ ਕਰਨਾ ਪੈਂਦਾ, ਫਿਰ 6 ਕਿਲੋ, ਫਿਰ 8 ਕਿਲੋ, ਫਿਰ 10 ਕਿਲੋ। ਤੁਸੀਂ ਸਟ੍ਰੇਟ ਫਾਰਵਰਡ ਅਗਰ ਇੱਦਾਂ ਦਾ ਪੇਸ਼ੈਂਟ ਕਹੇ ਕਿ ਮੈਂ ਭੱਜ ਲਵਾਂਗਾ ਤਾਂ ਉਹ ਪੋਸੀਬਲ ਨਹੀਂ ਹੈ। ਲੇਕਿਨ ਜੇ ਬੱਚਾ ਵੀ ਤੁਰਨਾ ਸ਼ੁਰੂ ਕਰਦਾ ਤਾਂ ਸਟੈਪ ਬਾਈ ਸਟੈਪ ਹੈ। ਸੋ ਇਸੇ ਤਰ੍ਹਾਂ ਇਹ ਪੇਸ਼ੈਂਟ ਅਗਰ ਸਟੈਪ ਬਾਈ ਸਟੈਪ ਚੱਲਣ ਤਾਂ ਕਾਫੀ ਕੁਝ ਅਚੀਵ ਕਰ ਲੈਂਦੇ ਆ ਜੋ ਉਹ ਨਹੀਂ ਐਕਸੈਪਟ ਕਰ ਸਕਦੇ। ਤਾਂ ਆਦੇਸ਼ ਹਸਪੀਟਲ ਜਿਹੜਾ ਕਿ ਇੱਕ ਐਸੀ ਇੰਸਟੀਟਿਊਸ਼ਨ ਬਣ ਚੁੱਕਿਆ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਹੈ। ਕੀ ਕਹਿਣਾ ਚਾਹੋਗੇ ਕਿ ਜਿਹੜੇ ਹਾਰਟ ਵਾਲੇ ਪੇਸ਼ੈਂਟ ਆ ਉਹਨਾਂ ਨੂੰ ਹੋਰ ਵੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਨਾਲ ਹੁੰਦੀਆਂ ਨੇ, ਔਰ ਇੱਕ ਕੰਪਲੀਟ ਹਸਪੀਟਲ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਉਹਨਾਂ ਨੂੰ ਮਿਲਦੀ ਹੈ। ਔਰ ਆਪਾਂ ਕਾਰਡਿਕ ਦੀ ਗੱਲ ਕਰ ਲਈਏ, ਹਾਰਟ ਦੀ ਗੱਲ ਕਰ ਲਈਏ ਤਾਂ ਹਾਰਟ ਦੇ ਪੂਰਾ ਇੱਕੋ ਛੱਤ ਦੇ ਥੱਲੇ ਹਾਰਟ ਦਾ ਉਹਨਾਂ ਨੂੰ ਹਰ ਤਰ੍ਹਾਂ ਦਾ, ਚਾਹੇ ਵਾਲਵਸ ਦੀ ਪ੍ਰੋਬਲਮਸ ਹੈਗਾ, ਚਾਹੇ ਉਹਨਾਂ ਨੂੰ ਐਂਜੀਓਗ੍ਰਾਫੀ ਕਰਾਉਣੀ ਪੈਂਦੀ ਹੈ ਜਾਂ ਐਂਜੀਓਪਲਾਸਟੀ ਕਰਾਉਣੀ ਪੈਂਦੀ ਆ ਜਾਂ ਕੋਈ ਸਰਜਰੀ ਆ, ਤਾਂ ਹਰ ਚੀਜ਼ ਜਿਹੜੀ ਹੈਗੀ ਆ ਆਦੇਸ਼ ਦੇ ਵਿੱਚ ਕੀਤੀ ਜਾਂਦੀ ਹੈ। ਬਿਲਕੁਲ ਸਰ, 16 ਸਾਲ ਮੈਨੂੰ ਹੋ ਗਏ। 16 ਸਾਲ ਵਿੱਚ ਇਹ ਨਾਮ ਬਹੁਤ ਉੱਚਾ ਆ ਗਿਆ। ਐਟਲੀਸਟ ਮਾਲਵਾ ਏਰੀਆ ਵਿੱਚ ਇਹ ਨਾਮ ਹੁਣ ਅੱਛੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਲੋਕਾਂ ਦੀ ਜੋ ਇੱਕ ਭਾਵਨਾ ਸੀਗੀ ਆਦੇਸ਼ ਪ੍ਰਤੀ, ਉਹ ਬਹੁਤ ਚੇਂਜ ਹੋ ਗਈ ਹੈ, ਬਹੁਤ ਇੰਪਰੂਵਮੈਂਟ ਆਈ ਹੈ। ਔਰ ਇਹ ਕੋਈ ਵੀ ਇੰਸਟੀਟਿਊਸ਼ਨ ਹੈ, ਉਹਨੂੰ ਗਰੋ ਕਰਨ ਨੂੰ ਟਾਈਮ ਲੱਗਦਾ ਹੈ। ਰੋਮ ਵਾਜ਼ ਨਾਟ ਬਿਲਟ ਇਨ ਅ ਡੇ। ਸੋ ਆਦੇਸ਼ ਨੂੰ ਗਰੋ ਕਰਨ ਵਿੱਚ ਸਾਡੀ ਮੈਨੇਜਮੈਂਟ ਅਤੇ ਡਾਕਟਰ ਸਾਹਿਬ ਡਾਕਟਰ ਗੁਰਪ੍ਰੀਤ ਸਿੰਘ ਗਿੱਲ ਦਾ ਕਾਫੀ ਵੱਡਾ ਹੱਥ ਹੈ, ਕਿਉਂਕਿ ਉਹਨਾਂ ਨੇ ਡਾਕਟਰਸ ਨੂੰ ਇੰਡੀਪੈਂਡੈਂਟ ਚਾਂਸ ਦਿੱਤਾ ਹੈ ਗਰੋ ਕਰਨ ਦਾ, ਐਂਡ ਇੰਸਟੀਟਿਊਟ ਨੂੰ ਨੈਚੁਰਲੀ ਉਹਦੇ ਨਾਲ ਹੀ ਗਰੋਥ ਦੇ ਵਿੱਚ। ਹੁਣ ਸਾਡੇ ਕੋਲ ਮਲਟੀ ਸਪੈਸ਼ਲਿਟੀ ਹਸਪੀਟਲ, ਅਗਰ ਕਾਰਡਿਕ ਵਿੱਚ ਵੀ ਦੇਖਿਆ ਜਾਏ, ਅਸੀਂ ਐਂਜੀਓਗ੍ਰਾਫੀ, ਐਂਜੀਓਪਲਾਸਟੀ, ਪੈਰੀਫਰਲ ਸਟੈਂਟਿੰਗ, ਬਲੂਨ ਪਲਾਸਟੀਜ਼, ਡਿਵਾਈਸ ਕਲੋਜ਼ਰਸ ਦੇ ਨਾਲ ਸਾਡੇ ਕੋਲ ਡਾਕਟਰ ਪ੍ਰਸ਼ਾਂਤ ਸੇਵਤਾ ਕਾਰਡਿਕ ਸਰਜਨ ਵੀ ਹੈਗੇ ਹੈ, ਜਿਹੜੀ ਹਰ ਤਰ੍ਹਾਂ ਦੀ ਕਾਰਡਿਕ ਸਰਜਰੀ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੀ ਸਾਰੀ ਕਾਰਡਿਕ ਸਰਜਰੀਜ਼ ਇੱਥੇ ਉਪਲਬਧ ਹੈ। ਨਾਲ ਹੀ ਡਾਕਟਰ ਅੰਕੁਸ਼ ਜਿਹੜੇ ਕਾਰਡਿਕ ਐਨਸਥੈਟਿਸਟ ਹੈ, ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਇਸ ਦੇ ਨਾਲ ਹੀ ਯੂਰੋਲੋਜੀ ਦਾ ਵਿਭਾਗ, ਬ੍ਰੇਨ ਦਾ ਵਿਭਾਗ, ਕਿਡਨੀਜ਼ ਦਾ ਵਿਭਾਗ, ਇਮਿਊਨ ਸਿਸਟਮ ਡਿਜ਼ੀਜ਼ਸ ਦਾ ਜਿਹੜੇ ਡਾਕਟਰਸ ਬਹੁਤ ਘੱਟ ਮਿਲਦੇ ਹੈ, ਪੇਟ ਦੀ ਸਰਜਰੀਜ਼, ਪੇਟ ਦੇ ਗੈਸਟਰੋ ਦੇ ਪੇਸ਼ੈਂਟਸ, ਕਿਡਨੀਜ਼ ਦੇ ਪੇਸ਼ੈਂਟਸ, ਸਾਰਾ ਮਲਟੀ ਸਪੈਸ਼ਲਿਟੀ ਹਸਪੀਟਲ ਹੈਗਾ। ਸੋ ਟਾਈਮ ਦੇ ਨਾਲ ਕਾਫੀ ਕੁਝ ਇੰਪਰੂਵਮੈਂਟਸ ਆਈਆਂ ਔਰ ਹਰ ਤਰ੍ਹਾਂ ਦੀ ਸਰਜਰੀ, ਹਰ ਤਰ੍ਹਾਂ ਦਾ ਟਰੀਟਮੈਂਟ ਦਾ
ਮਤਲਬ ਬਿਮਾਰੀ ਦਾ ਇਲਾਜ ਹੈ। ਸਪੈਸ਼ਲੀ ਔਂਕੋ ਸਰਜਨਸ ਜਿਹੜੇ ਕੈਂਸਰ ਦੇ ਸਪੈਸ਼ਲਿਸਟ ਡਾਕਟਰ ਸਾਹਿਬ ਟਾਟਾ ਮੈਮੋਰੀਅਲ ਹਸਪੀਟਲ ਤੋਂ ਹੁਣ ਰੀਸੈਂਟਲੀ ਸਾਡੇ ਇੰਸਟੀਚਿਊਟ ਵਿੱਚ ਜੁਆਇਨ ਕੀਤੇ ਹੈਗੇ ਆ। ਅੰਡਰ ਕੀ ਕਹਿਣਾ ਚਾਹੋਗੇ ਕਿ ਇੱਕ ਮੈਡੀਕਲ ਕਾਲਜ ਜਿਹਦੇ ਵਿੱਚ ਨਾਲ ਨਰਸਿੰਗ ਕਾਲਜ ਜਿਹਦੇ ਕਰਕੇ ਇੱਥੇ ਜਿਹੜਾ ਸਟਾਫ ਹੈਗਾ ਉਹ ਬੜਾ ਸਰਪਲਸ ਰਹਿੰਦਾ ਹੈਗਾ ਔਰ ਉਹਨਾਂ ਨੂੰ ਵੀ ਮੌਕਾ ਮਿਲਦਾ ਜਿਹੜੇ ਬੱਚੇ ਇੱਥੇ ਸਟੱਡੀ ਕਰ ਰਹੇ ਨੇ ਔਰ ਹਸਪੀਟਲ ਲਈ ਵੀ, ਕਿਉਂਕਿ ਜਦੋਂ ਸਰਪਲਸ ਸਟਾਫ ਹੁੰਦਾ ਤਾਂ ਹਸਪੀਟਲ ਦੇ ਵਿੱਚ ਵੀ 24 ਆਵਰ ਦੀ ਜਿਹੜੀ ਐਮਰਜੈਂਸੀ ਹੈ ਉੱਥੇ ਆਦੇਸ਼ ਹਮੇਸ਼ਾ ਹਾਜ਼ਰ ਹੁੰਦਾ, ਚਾਹੇ ਰਾਤ ਨੂੰ 2 ਵਜੇ ਪੇਸ਼ੈਂਟ ਆ ਜਾਂਦਾ, 1:30 ਵਜੇ ਆ ਜਾਂਦਾ ਹੈਗਾ, ਥਰੂ ਆਊਟ ਨਾਈਟ ਜਦੋਂ ਵੀ ਪੇਸ਼ੈਂਟ ਆ ਜਾਂਦੇ ਆ। ਅਤੇ ਆਦੇਸ਼ ਹੈ ਜਿਹੜਾ ਇੱਕ ਐਸਾ ਹਸਪੀਟਲ ਜਿੱਥੇ ਤੁਹਾਨੂੰ ਐਮਰਜੈਂਸੀ ਦੇ ਵਿੱਚ ਬਹੁਤ ਹੀ ਵਧੀਆ ਸੇਵਾਵਾਂ ਮਿਲਣਗੀਆਂ ਔਰ ਡਾਕਟਰ ਹਮੇਸ਼ਾ ਮਿਲਣਗੇ। ਸਰ ਇਹ ਤਾਂ ਇੰਸਟੀਟਿਊਟ 'ਤੇ ਡਿਪੈਂਡ ਕਰਦਾ ਹੈ। ਮੈਂ ਜ਼ਿਆਦਾ ਗੱਲ ਨਹੀਂ ਕਰਦਾ, ਬਟ ਕੋਵਿਡ ਦੇ ਟਾਈਮ 'ਤੇ ਜਦੋਂ ਕਿਸੇ ਵੀ ਇੰਸਟੀਟਿਊਟ ਨੇ ਸੀਰੀਅਸ ਮਰੀਜ਼ ਲੈਣ ਦੇ ਹੱਥ ਖੜੇ ਕਰ ਦਿੱਤੇ ਸੀ, ਸਾਡੇ ਹਸਪੀਟਲ ਨੇ 300 ਤੋਂ 400 ਮਰੀਜ਼ ਮਤਲਬ ਈਵਨ 200-250 ਮਰੀਜ਼ ਪਰ ਡੇ ਸਾਡੇ ਹਸਪੀਟਲ ਵਿੱਚ ਐਡਮਿਟਡ ਰਹੇ ਹੈ, ਜਿਨ੍ਹਾਂ 'ਚੋਂ 70% ਪੇਸ਼ੈਂਟ ਲੈਵਲ 3 ਦੇ ਰਹੇ ਹੈ ਔਰ ਇਸ ਤਰ੍ਹਾਂ ਦੇ ਪੇਸ਼ੈਂਟਸ ਵੀ ਐਡਮਿਟ ਰਹੇ ਹੈ ਜਿਨ੍ਹਾਂ ਦੀ ਸਾਨੂੰ ਵੀ ਕਈ ਵਾਰੀ ਉਮੀਦ ਨਹੀਂ ਸੀ ਔਰ 15-20 ਮਹੀਨੇ 1.5 ਮਹੀਨੇ ਦੀ ਟ੍ਰੀਟਮੈਂਟ ਤੋਂ ਦੌਰਾਨ ਬਾਅਦ ਡਿਸਚਾਰਜ ਹੋਏ ਹੈ। ਕਈ ਪੇਸ਼ੈਂਟਸ ਅਜਿਹੇ ਵੀ ਆਏ ਹੈ ਜਿਹੜੀ ਦਿੱਲੀ ਤੋਂ, ਚੰਡੀਗੜ੍ਹ ਤੋਂ ਆਲਮੋਸਟ ਬੇਹਾਲ ਹੋ ਕੇ ਇਸ ਸਥਿਤੀ ਵਿੱਚ ਆਏ ਆ ਜਦੋਂ ਸਾਨੂੰ ਵੀ ਉਮੀਦ ਨਹੀਂ ਸੀ ਲੱਗ ਰਹੀ, ਪਰ ਠੀਕ ਹੋ ਕੇ ਅੱਜ ਦੀ ਡੇਟ ਵਿੱਚ ਵੀ ਉਹ ਸਾਨੂੰ ਕਈ ਵਾਰੀ ਟੈਲੀਫੋਨ ਕਰਦੇ, ਸਾਨੂੰ ਵੀ ਅੱਛਾ ਲੱਗਦਾ ਹੈਗਾ। ਸੋ ਉਹਦੇ ਨਾਲ 24 ਆਵਰਸ ਯੈਸ 24 ਆਵਰਸ ਸੁਵਿਧਾਵਾਂ ਉਪਲਬਧ ਨੇ। ਸੁਪਰ ਸਪੈਸ਼ਲਿਸਟ ਡਾਕਟਰਸ, MD ਮੈਡੀਸਿਨ, MD ਗਾਇਨੀ, MS ਸਰਜਨ ਐਂਡ ਸਾਰੇ ਸੁਪਰ ਸਪੈਸ਼ਲਿਸਟ 24 ਆਵਰਸ ਅਵੇਲੇਬਲ ਹੈਗੇ ਹੈ। ਇਸ ਅਗਰ ਆਪਾਂ ਹਾਰਟ ਦੀ ਗੱਲ ਕਰ ਲਈਏ, ਉਹ ਸਮਾਂ ਜਿਹੜਾ 16 ਸਾਲ ਪਹਿਲਾਂ ਜਦੋਂ ਤੁਸੀਂ ਐਂਜੀਓਗ੍ਰਾਫੀ ਜਾਂ ਐਂਜੀਓਪਲਾਸਟੀ ਜਿਹੜੀ ਹੈਗੀ ਆ ਸਟਾਰਟ ਹੋਈ ਸੀਗੀ, ਮਤਲਬ ਤੁਸੀਂ ਆਪਣੇ ਹੱਥਾਂ ਨਾਲ ਕਰਨੀ ਸ਼ੁਰੂ ਕੀਤੀ ਔਰ ਅੱਜ ਕੀ ਕਹਿਣਾ ਚਾਹੋਗੇ ਕਿ ਇਹ 'ਚ ਐਡਵਾਂਸਮੈਂਟ ਇੰਨੀ ਜ਼ਿਆਦਾ ਆ ਗਈ ਕਿ ਉਹ ਜਿਹੜੇ ਪ੍ਰੋਸੀਜਰ ਸੀਗੇ ਅੱਜ ਉਹਨਾਂ ਪ੍ਰੋਸੀਜਰਸ ਨੂੰ ਨਵੇਂ ਪ੍ਰੋਸੀਜਰਸ ਆ ਕੇ ਔਰ ਉਨਾ ਹੀ ਜਿਹੜਾ ਹੈਗਾ ਪੇਸ਼ੈਂਟ ਦੇ ਲਈ ਇਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਟਾਈਮ ਦੇ ਅਤੇ ਹੁਣ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਸਰਲ ਹੋ ਗਈ ਆ ਐਂਜੀਓਪਲਾਸਟੀ ਐਂਜੀਓਗ੍ਰਾਫੀ ਵੀ। ਦੇਖੋ ਸਰ, ਨਵੀਆਂ ਮਸ਼ੀਨਸ ਆਈਆਂ, ਨਵੀਆਂ ਟੈਕਨੀਕਸ ਆਈਆਂ, ਜਿਹੜਾ ਬੰਦਾ ਟੈਕਨੀਕਸ ਦੇ ਨਾਲ ਮੋਡੀਫਾਈ ਕਰਦਾ, ਚੇਂਜ ਹੁੰਦਾ ਹੈ, ਉਸ ਦਾ ਅਲਟੀਮੇਟਲੀ ਇੰਪਰੂਵਮੈਂਟ ਰਹਿੰਦੀ ਹੈ। ਇੱਕ ਟਾਈਮ ਸੀ ਜਦੋਂ ਐਂਜੀਓਗ੍ਰਾਫੀ ਸ਼ੁਰੂ ਹੋਈ ਸੀ ਅਤੇ ਬਹੁਤ ਵੱਡੀ ਸਾਈਜ਼ ਦੀ ਨੀਡਲ ਅਤੇ ਕੈਨੂਲਾ ਵਰਤਿਆ ਜਾਂਦਾ ਸੀ। ਲੱਤ ਦੇ ਥਰੂ ਲੱਤ ਦੇ ਥਾਣੀ ਐਂਜੀਓਗ੍ਰਾਫੀ ਹੁੰਦੀ ਸੀਗੀ। ਉਸ ਤੋਂ ਬਾਅਦ ਮਰੀਜ਼ ਨੂੰ 24 ਘੰਟੇ ਬੈੱਡ 'ਤੇ ਲੇਟਣਾ ਪੈਂਦਾ ਸੀਗਾ। ਲੱਤ ਦੀ ਜਿਹੜੀ ਨਾੜ ਹੈ, ਮੋਟੀ ਨਾੜ ਹੈ, ਜਿਹਨੂੰ ਚੀਰਾ ਦੇ ਕੇ ਕੱਟ ਦੇ ਕੇ ਐਂਜੀਓਗ੍ਰਾਫੀ ਤਾਰ ਦੇ ਨਾਲ ਕਰਦੇ ਸੀ ਔਰ ਉਸ ਤੋਂ ਬਾਅਦ ਉਹਨੂੰ 6 ਘੰਟੇ ਲਈ ਪ੍ਰੈਸ ਕਰਕੇ ਦਬਾ ਕੇ ਰੱਖਦੇ ਸੀ ਔਰ ਮਰੀਜ਼ ਨੂੰ ਬੜੇ ਤਸੀਹੇ ਮਿਲਦੇ ਸੀ। ਐਂਜੀਓਗ੍ਰਾਫੀ ਹੋ ਜਾਂਦੀ ਸੀ, ਸਟੈਂਟਿੰਗ ਹੋ ਜਾਂਦੀ ਸੀ, ਬਟ ਉਹ ਪ੍ਰੋਸੀਜਰ ਬੜਾ ਦੁਖਦਾਈ ਸੀਗਾ ਮਰੀਜ਼ ਵਾਸਤੇ। ਹੁਣ ਅਸੀਂ ਰੇਡੀਅਲ ਐਂਜੀਓਗ੍ਰਾਫੀ ਮਤਲਬ ਹੱਥ ਦੇ ਥਰੂ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਅਸੀਂ ਦੋਵੇਂ ਕਰਦੇ ਹੈਗੇ ਆ। ਨਿਊਰਟ ਮਸ਼ੀਨਸ ਆ ਗਈਆਂ ਹੈ, ਬੈਟਰ ਇਮੇਜਿੰਗ ਟੈਕਨੀਕਸ ਆ ਗਈਆਂ। ਰੂਟੀਨ ਐਂਜੀਓਗ੍ਰਾਫੀ ਦੇ ਨਾਲ ਆਈਵਸ ਹੈ ਵਿਚ ਇਜ਼ ਇੰਟਰਾਵਾਸਕੂਲਰ ਅਲਟਰਾਸਾਊਂਡ। ਇਹ ਇੱਕ ਨਿਊ ਟੈਕਨੀਕ ਹੈ ਜਿਹੜੀ ਦੱਸ ਸਕਦੀ ਹੈ ਕਿ ਜਿਸ ਤਰ੍ਹਾਂ ਅਸੀਂ ਬਾਡੀ ਦਾ ਅਲਟਰਾਸਾਊਂਡ ਕਰਦੇ ਹਾਂ, ਪੇਟ ਦਾ ਅਲਟਰਾਸਾਊਂਡ ਕਰਦੇ ਹਾਂ, ਕਿਡਨੀਜ਼ ਵਿੱਚ ਕੀ ਦਿੱਕਤ ਹੈ, ਕਲੌਟ ਹੈ ਜਾਂ ਕੀ ਹੈਗਾ ਜਾਂ ਫੈਟ ਹੈ ਜਾਂ ਸਟੋਨ ਹੈਗਾ, ਇਸੇ ਤਰ੍ਹਾਂ ਹਾਰਟ ਦੀ ਨਾੜਾਂ ਦੇ ਅੰਦਰ ਅਸੀਂ ਤਾਰ ਲਿਜਾ ਕੇ ਇੱਕ ਅਲਟਰਾਸਾਊਂਡ ਮਸ਼ੀਨ ਲੈ ਕੇ ਜਾਂਦੇ ਹੈਗੇ ਆ, ਜਿਹੜਾ ਹਾਰਟ ਦੀ ਨਾੜਾਂ ਦੱਸ ਦਿੰਦਾ ਹੈ ਕਿ ਕੈਲਸ਼ੀਅਮ ਜੰਮਿਆ ਹੋਇਆ ਹੈਗਾ, ਕਿ ਕਲੌਟ ਜੰਮਿਆ ਹੋਇਆ ਹੈ, ਕਿ ਨਾੜੀ ਕਰੈਕ ਹੈ ਔਰ ਕਿੰਨੀ ਕਰੈਕ ਹੈ। ਇਸ ਦੇ ਨਾਲ ਹੀ ਫਿਜ਼ੀਓਲੋਜੀਕਲ ਇਮੇਜਿੰਗ ਆ ਗਈ ਹੈ ਵਿਚ ਇਜ਼ FFR ਜਾਂ IFR। ਉਹਦੇ 'ਚ ਕੀ ਹੈ, ਅਸੀਂ ਅਗੇਨ ਤਾਰ ਜਾਂ ਅਸੀਂ ਡਾਈ ਛੱਡਦੇ ਹਾਂ, ਉਹਦੇ 'ਚ ਇਹ ਚੈੱਕ ਕਰ ਦਿੰਦੇ ਆ ਕਿ ਨਾੜੀ ਕਿੰਨੀ ਜ਼ਿਆਦਾ ਟਾਈਟ ਹੈ ਔਰ ਉਹ ਹਾਰਟ ਨੂੰ ਕਿੰਨਾ ਤਕਲੀਫ ਦੇ ਰਹੀ ਹੈ। ਇਸ ਨਾੜੀ ਨੂੰ ਅਗਰ ਉਹਦੀ ਤਕਲੀਫ ਜ਼ਿਆਦਾ ਦੇ ਰਹੀ ਹੈ, ਉਹਦੀ IFR ਜਾਂ FFR ਵੈਲਿਊ ਇਜ਼ ਲੈਸ ਦੈਨ 80, ਦੈਨ ਇਟ ਮੀਨਸ ਕਿ ਇਸ ਨਾੜੀ ਨੂੰ ਸਟੈਂਟ ਕਰਨ ਦਾ ਫਾਇਦਾ ਹੋਊਗਾ। ਅਗਰ ਉਹਦੀ IFR ਜਾਂ FFR ਵੈਲਿਊ ਇਜ਼ ਮੋਰ ਦੈਨ 80, ਦੈਨ ਉਸ ਨਾੜੀ ਦਾ ਇੰਪੋਰਟੈਂਸ ਘੱਟ ਹੈ ਔਰ ਉਸ ਨਾੜੀ ਨੂੰ ਸਟੈਂਟ ਕਰਕੇ ਪੇਸ਼ੈਂਟ ਨੂੰ ਇੰਨਾ ਬੈਨੀਫਿਟ ਨਹੀਂ ਮਿਲੇਗਾ। ਸੋ ਇਹ ਨਿਊਰੋ ਟੈਕਨੀਕਸ ਹੈ ਜਿਹੜੀਆਂ ਟਾਈਮ ਦੇ ਨਾਲ ਡਿਵੈਲਪ ਹੋਈਆਂ ਹੈ ਔਰ ਪੇਸ਼ੈਂਟ ਦੀ ਲਾਈਫ ਈਜ਼ੀ ਔਰ ਕੁਆਲਿਟੀ ਆਫ ਲਾਈਫ ਐਂਡ ਇਟ ਰਿਡਿਊਸਿਸ ਦੀ ਮੋਰਟੈਲਿਟੀ ਐਜ਼ ਵੈਲ ਐਜ਼ ਮੋਰਬਿਡਿਟੀ
ਡੈਥ ਦਾ ਰੇਟ ਵੀ ਘਟਦਾ ਹੈ ਐਂਡ ਪੇਸ਼ੈਂਟ ਦੀ ਤਕਲੀਫਾਂ ਦਾ ਰੇਟ ਵੀ ਘਟਦਾ ਹੈਗਾ। ਵੈਸੇ ਅਗਰ ਆਪਾਂ ਗੱਲ ਕਰ ਲਈਏ ਜਿਸ ਤਰੀਕੇ ਨਾਲ ਕਹਿ ਰਹੇ ਕਿ ਇੰਡੀਆ ਜਿਹੜੇ ਹੈਗਾ ਉਹ ਕੈਪੀਟਲ ਬਣਨ ਜਾ ਰਿਹਾ ਸ਼ੂਗਰ ਦੀ, ਔਰ ਹਰ ਘਰ ਦੇ ਵਿੱਚ ਹੀ ਤਕਰੀਬਨ ਸ਼ੂਗਰ ਦੇ ਜਿਹੜੇ ਪੇਸ਼ੈਂਟ ਹੋਣੇ ਸ਼ੁਰੂ ਹੋ ਗਏ। ਔਰ ਸ਼ੂਗਰ ਹੀ ਨਹੀਂ, ਕਿਉਂਕਿ ਪੰਜਾਬ ਦੀ ਸ਼ੂਗਰ ਐਸੀ ਸ਼ੂਗਰ ਹੈ ਜਿਹਦੇ ਵਿੱਚ ਜਦੋਂ ਬੰਦਾ ਨੂੰ ਸ਼ੂਗਰ ਹੋ ਜਾਂਦੀ ਹੈ ਤੇ ਉਹ ਕਹਿੰਦੇ ਨਾ ਵਿਚਾਰੇ ਨੂੰ ਸ਼ੂਗਰ ਆ ਬਈ, ਇਹਨੂੰ ਨਮਕੀਨ ਦੇ ਦਿਓ। ਉਹ ਭੁਜੀਏ, ਉਹ ਮੱਠੀਆਂ, ਉਹ ਮਟਰ, ਉਹ ਖਾ ਕੇ ਜਦੋਂ ਮਤਲਬ ਨਾਲ ਹੀ ਉਹਨੂੰ ਇਨਵਾਈਟ ਕਰ ਦਿੰਦੇ ਆ ਕਿ ਤੁਸੀਂ ਆ ਜਾਓ ਵੀ ਹਾਰਟ ਦਾ, ਕਿਉਂਕਿ ਸ਼ੂਗਰ ਤੇ ਹਾਰਟ ਦਾ ਜਿਹੜੇ ਹੈਗੇ ਉਹ ਕਹਿੰਦੇ ਵੀ ਆਪਣਾ ਘਿਓ ਖਿਚੜੀ ਵਾਲਾ ਰਿਸ਼ਤਾ ਜਿਹੜਾ ਜਦੋਂ ਸ਼ੂਗਰ ਹੋ ਗਈ ਫਿਰ ਹਾਰਟ ਤਾਂ ਨੇੜੇ ਹੀ ਆ, ਵੀ ਆ ਜਾ ਵੀ ਸਾਡਾ ਵੀ ਸ਼ਿਕਾਰ ਬਣ ਜਾ। ਸਰ ਤੁਸੀਂ ਸਹੀ ਗੱਲ ਕੀਤੀ ਆ। ਸ਼ੂਗਰ ਤੇ ਹਾਰਟ ਦਾ ਘਿਓ ਖਿਚੜੀ ਵਾਲਾ ਹੀ ਹਸਬੈਂਡ ਵਾਈਫ ਦਾ ਹੀ ਰਿਸ਼ਤਾ ਹੈ, ਇਕੱਠੇ ਹੀ ਦੋਵੇਂ ਚੱਲਦੇ ਨੇ। ਇੱਕ ਆਮ ਬੰਦੇ ਨੂੰ ਹਾਰਟ ਅਟੈਕ ਦਾ ਰਿਸਕ ਜਿੰਨਾ ਹੈ, ਅਗਰ ਸ਼ੂਗਰ ਦਾ ਮਰੀਜ਼ ਹੈ ਤੇ ਉਸ ਦਾ ਰਿਸਕ ਆਫ ਹਾਰਟ ਅਟੈਕ ਇਜ਼ ਸੇਮ ਐਜ਼ ਕੋਈ ਪੇਸ਼ੈਂਟ ਜਿਹਨੂੰ ਪਹਿਲਾਂ ਹਾਰਟ ਅਟੈਕ ਹੋ ਚੁੱਕਾ ਹੈ। ਸੋ ਇੰਨਾ ਜ਼ਿਆਦਾ ਰਿਸਕ ਹਾਰਟ ਅਟੈਕ ਦਾ ਜਾਂ ਹਾਰਟ ਦੀ ਬਿਮਾਰੀਆਂ ਦਾ ਹੈ ਸ਼ੂਗਰ ਦੇ ਪੇਸ਼ੈਂਟ ਨੂੰ। ਇਹਦੇ ਨਾਲ ਵੀ ਸ਼ੂਗਰ ਦੇ ਪੇਸ਼ੈਂਟ ਨੂੰ ਹੋਰ ਮਲਟੀਪਲ ਬਿਮਾਰੀਆਂ ਜਿਵੇਂ ਬ੍ਰੇਨ ਦੀ ਬਿਮਾਰੀ, ਕਿਡਨੀਜ਼ ਦੀ ਬਿਮਾਰੀ, ਨਸਾਂ ਦੀ ਬਿਮਾਰੀ, ਉਹਦਾ ਵੀ ਰਿਸਕ ਬਹੁਤ ਜ਼ਿਆਦਾ ਹੈ। ਸੋ ਸ਼ੂਗਰ ਨੂੰ ਕੰਟਰੋਲ ਕਰਨਾ ਇੱਕ ਮੇਨ ਚੀਜ਼ ਹੈ ਜੋ ਇੱਕ ਅੱਛੀ ਲਾਈਫ ਬਿਤਾਉਣ ਵਾਸਤੇ, ਇੱਕ ਹੈਲਦੀ ਐਂਡ ਗੁੱਡ ਲਾਈਫ ਬਿਤਾਉਣ ਵਾਸਤੇ ਇੰਪੋਰਟੈਂਟ ਹੈ। ਸ਼ੂਗਰ ਦਾ ਮਤਲਬ ਇਕੱਲਾ ਇਹ ਨਹੀਂ ਹੈ ਕਿ ਇਕੱਲੀ ਜਿਹੜੀ ਸ਼ੂਗਰ ਆਪਾਂ ਚੀਨੀ ਚਾਹ 'ਚ ਜਾਂ ਦੁੱਧ ਵਿੱਚ ਜਾਂ ਕਿਸੇ ਚੀਜ਼ 'ਚ ਪਾਉਂਦੇ ਹਾਂ। ਲੋਕ ਸਾਡੇ ਕੋਲ ਬੜੇ ਕਾਮਨਲੀ ਆਉਂਦੇ ਆ ਕਿ ਨਹੀਂ ਅਸੀਂ ਸਰ ਸ਼ੂਗਰ ਤਾਂ ਕਦੀ ਲਈ ਨਹੀਂ, ਅਸੀਂ ਤਾਂ ਗੁੜ ਲੈ ਲੈਂਦੇ ਹਾਂ। ਗੁੜ 'ਚ ਵੀ ਉਨਾ ਮਿਠਾਸ ਹੈ। ਲੋਕੀ ਕਈ ਕਹਿੰਦੇ ਜੀ ਅਸੀਂ ਮਿੱਠਾ ਵੈਸੇ ਤਾਂ ਨਹੀਂ ਖਾ ਰਹੇ ਪਰ ਜੂਸ ਪੀ ਲੈਂਦੇ ਆ। ਜੂਸ ਦਾ ਮਤਲਬ ਹੈ ਅਗਰ ਇੱਕ ਗਲਾਸ ਜੂਸ ਪੀਣਾ ਹੈ ਤੇ ਉਹਦੇ ਵਿੱਚ 4 ਸੰਤਰਿਆਂ ਦਾ ਜਾਂ 4 ਸੇਬ ਦਾ ਜਾਂ 4 ਅਨਾਰ ਦਾ ਮਿੱਠਾ ਹੈ। ਸੋ ਜਿੰਨਾ ਮਿੱਠਾ ਇੱਕ 4 ਸੰਤਰਿਆਂ 'ਚ ਹੋਊਗਾ, ਖਾਣ 'ਚ ਹੋਊਗਾ, ਜੇ ਸੰਤਰਾ ਖਾਣਾ ਸ਼ੁਰੂ ਕਰੀਏ ਤਾਂ ਇੱਕ ਸੰਤਰਾ ਖਾ ਕੇ ਅਸੀਂ ਬਸ ਕਰ ਦਿੰਦੇ ਹਾਂ, ਇਸ ਤੋਂ ਵੱਧ ਨਹੀਂ ਖਾਧਾ ਜਾਂਦਾ। ਜੂਸ ਪੀਵਾਂਗੇ ਤਾਂ 4 ਸੰਤਰਿਆਂ ਦਾ ਮਿੱਠਾ ਸਾਡੇ ਅੰਦਰ ਜਾਏਗਾ, ਜਿਸ ਦਾ ਮੀਨਸ ਹੈ ਕਿ ਉਨਾ ਹੀ ਸ਼ੂਗਰ ਲੈਵਲ ਅਨਕੰਟਰੋਲ ਹੋਏਗਾ। ਸੋ ਇਹ ਵੀ ਇੱਕ ਇੰਪੋਰਟੈਂਟ ਚੀਜ਼ ਹੈ। ਬਾਕੀ ਮਟਰ ਅਤੇ ਮੱਠੀਆਂ ਸਾਰੀਆਂ ਤਲੀਆਂ ਚੀਜ਼ਾਂ ਹੈਗੀਆਂ, ਜਿੰਨੀਆਂ ਤਲੀਆਂ ਚੀਜ਼ਾਂ ਵੱਧ ਹੋਣਗੀਆਂ ਸ਼ੂਗਰ ਨੂੰ ਵੀ ਖਰਾਬ ਕਰੇਗੀ, ਕਿਉਂਕਿ ਸ਼ੂਗਰ ਦੇ ਵਿੱਚ ਜਿਹੜੀ ਇਹ ਚੀਜ਼ਾਂ 'ਚ ਮੈਦਾ ਹੁੰਦਾ ਹੈ। ਜਿੰਨੇ ਰਿਫਾਈਨਡ ਫਲਾਵਰਸ ਹੈਗੇ ਜਾਂ ਰਿਫਾਈਨਡ ਸ਼ੂਗਰਸ ਹੈਗੇ ਦੇ ਆਰ ਬੈਂਡ, ਦੇ ਆਰ ਰਾਦਰ ਅਵੋਇਡਡ ਇਨ ਐਨੀ ਪੇਸ਼ੈਂਟ ਹੂ ਹੈਜ਼ ਡਾਇਬਟੀਜ਼ ਦੇ ਕਿਸੇ ਵੀ ਮਰੀਜ਼ ਨੂੰ ਜਿੰਨੀਆਂ ਵੀ ਰਿਫਾਈਨਡ ਸ਼ੂਗਰਸ ਹੈਗੀਆਂ ਜਿਵੇਂ ਚੀਨੀ ਹੀ ਹੋ ਗਈ ਔਰ ਰਿਫਾਈਨਡ ਫਲਾਰ ਜਿਵੇਂ ਮੈਦਾ, ਇਹ ਟੋਟਲੀ ਅਵੋਇਡ ਕਰਨਾ ਚਾਹੀਦਾ ਹੈਗਾ। ਤਲੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਹੈਗੀਆਂ। ਡਾਕਟਰ ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਦਾ ਸਿਨੈਰੀਓ ਆ ਜਿਹਦੇ ਵਿੱਚ ਬੀਪੀ ਦੀ ਆਪਾਂ ਗੱਲ ਕਰ ਲਈਏ ਤਾਂ ਲੋਕ ਕੀ ਕਰਦੇ ਆ ਕਿ ਲੋਕ ਨੋਰਮਲ ਰਹਿੰਦੇ ਆ, ਕਦੇ ਕੀ ਕਹਿਣਾ ਚਾਹੋਗੇ ਕਿਹੜੀ ਏਜ ਆ? ਅੱਗੇ ਤਾਂ ਬੰਦਾ ਕਹਿੰਦਾ ਸੀਗਾ ਵੀ ਯਾਰ ਜਦੋਂ ਤੁਸੀਂ 50 ਸਾਲ ਤੋਂ ਵੱਧ ਹੋ ਗਏ ਤਾਂ ਫਿਰ ਆਪਦੀ ਬੋਡੀ ਦੇ ਸਾਰੇ ਟੈਸਟ ਕਰਾਓ। ਕੀ ਕਹਿਣਾ ਚਾਹੋਗੇ ਕਿ ਜਿੱਦਾਂ ਰੀਸੈਂਟਲੀ ਆਪਾਂ ਦੇਖਿਆ ਕਿ ਛੋਟੇ ਯੰਗ ਜਿਹੜੇ ਬਲੱਡਰਸ ਨੇ 35 ਸਾਲ ਦੇ 40 ਸਾਲ ਦੀ ਆਪਾਂ ਗੱਲ ਕਰ ਲਈਏ ਤਾਂ ਉਹਨਾਂ ਨੂੰ ਵੀ ਅੱਜ ਜਿਹੜਾ ਹੈਗਾ ਹਾਰਟ ਦੀ ਪ੍ਰੋਬਲਮ ਆ ਰਹੀ ਹੈਗੀ ਆ। ਤੇ ਹੁਣ ਅਸੀਂ ਕੀ ਕ੍ਰਾਈਟੀਰੀਆ ਲਾਈਏ ਕਦੋਂ ਤੋਂ? ਇਹਦਾ ਮਤਲਬ ਅਸੀਂ 30 ਸਾਲ ਤੋਂ ਲਾਈਏ ਕਿ ਅਸੀਂ ਆਪਣੇ ਰੈਗੂਲਰ ਚੈੱਕਅਪ ਸਾਲ 'ਚ ਕਦੀ ਵਾਰੀ ਕਰਾ ਲਈਏ? ਮੈਂ ਤੁਹਾਡੀ ਗੱਲ ਨੂੰ ਥੋੜ੍ਹਾ ਚੇਂਜ ਕਰਨਾ ਚਾਹੂੰਗਾ, ਕੱਟਣਾ ਚਾਹੂੰਗਾ। ਪਿਛਲੇ 3 ਮਹੀਨਿਆਂ 'ਚ ਅਸੀਂ 3 ਜਾਂ 4 ਇੱਦਾਂ ਦੇ ਮਰੀਜ਼ਾਂ ਦੀ ਸਟੈਂਟਿੰਗ ਕੀਤੀ ਹੈ ਜਿਹੜੀ 30 ਸਾਲ ਤੋਂ ਵੀ ਘੱਟ ਉਮਰ ਦੇ ਹੈ, 26 ਸਾਲ, 27 ਸਾਲ ਐਂਡ 28 ਸਾਲ। ਇੱਕ ਮੁੰਡੇ ਦਾ ਤਾਂ ਅਗਲੇ ਮਹੀਨੇ ਵਿਆਹ ਸੀਗਾ ਜਿਹੜਾ ਮੇਜਰ ਹਾਰਟ ਅਟੈਕ ਦੇ ਨਾਲ ਸਵੇਰੇ ਆਈ ਥਿੰਕ 7-7:30 ਵਜੇ ਦੇ ਕਰੀਬ ਆਇਆ ਸੀ। ਸੋ ਅਗਰ ਅਸੀਂ ਕਿਤਾਬਾਂ ਵੱਲ ਝਾਂਕੀਏ ਤੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸੇ ਟਾਈਮ ਤੋਂ ਜਿਹੜੀ ਆਪਣੀ ਨਸਾਂ ਦੇ ਵਿੱਚ ਕਲੌਟ ਜੰਮਣਾ ਜਾਂ ਫੈਟ ਜੰਮਣਾ ਸ਼ੁਰੂ ਹੁੰਦਾ ਹੈ। ਨਾਰਮਲੀ ਅਸੀਂ ਇਹ ਸੋਚਦੇ ਸੀ ਕਿ 40 ਸਾਲ 45 ਸਾਲ ਜਾਂ 50 ਸਾਲ ਦੀ ਉਮਰ ਤੋਂ ਬਾਅਦ ਉਹ ਕਲੌਟ ਬਣਦਾ ਹੈ, ਲੇਕਿਨ ਉਹਦਾ ਪੈਦਾ ਕਲੌਟ ਜੰਮਣ ਦੇ ਜਨਮ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਸੋ 10-15 ਸਾਲ ਤੱਕ ਉਹ 20% 25% ਹੁੰਦਾ ਹੈ, ਹੌਲੀ ਹੌਲੀ ਵੱਧਦਾ ਜਾਂਦਾ ਹੈ। ਮੇ ਬੀ ਬਿਕੋਜ਼ ਆਫ ਸਟ੍ਰੈਸ, ਮੇ ਬੀ ਬਿਕੋਜ਼ ਆਫ ਦੀ ਇੰਡੀਅਨ ਜੀਨਸ ਜਿਹੜੇ ਇੰਡੀਆ ਦੇ ਵਿੱਚ ਇੱਕ ਸਿੰਡਰੋਮ ਐਕਸ ਕਹਿੰਦੇ ਆ। ਇੰਡੀਅਨਸ ਐਜ਼ ਸੱਚ ਅਮੈਰੀਕਨਸ ਜਾਂ ਜੈਪਨੀਜ਼ ਜਾਂ ਯੂਰੋਪੀਅਨਸ ਦੇ ਨਾਲੋਂ ਹਾਰਟ ਅਟੈਕ ਦਾ ਰਿਸਕ ਇੰਡੀਅਨਸ ਵਿੱਚ ਆਲਰੇਡੀ ਦੁੱਗਣਾ ਹੈਗਾ।
ਸੋ ਉਹਨਾਂ ਰੀਜ਼ਨਸ ਕਰਕੇ ਇਹ ਜਿਹੜੀ ਚੀਜ਼ ਹੈਗੀ ਜਿਹੜੀ ਅਮਰੀਕਨਸ ਵਿੱਚ 40 ਜਾਂ 50 ਸਾਲ ਦੀ ਉਮਰ 'ਚ ਹੈ, ਇੰਡੀਅਨਸ ਵਿੱਚ ਈਵਨ ਯੰਗਰ ਏਜ 'ਤੇ ਹੈਗੀ ਹੈ। ਸੋ ਅਗਰ ਆਪਾਂ ਡਾਈਟ ਪ੍ਰੀਕਾਸ਼ਨ ਲਈਏ, ਇੱਕ ਰੂਟੀਨ ਅੱਛੀ ਹੈਲਦੀ ਫੈਟ ਫਰੀ ਔਰ ਤਲੇ ਅਵੋਇਡ ਕਰੀਏ, ਜਿਹੜੇ ਸਵੇਰੇ ਆਪਾਂ ਘਿਓ 'ਚ ਤਲ ਕੇ ਪਰੌਂਠੇ ਖਾਂਦੇ ਆ ਉਹ ਪਰੌਂਠੇ ਖਾਣੇ ਘਟਾਈਏ, ਜਿਹੜੇ ਆਪਾਂ ਭਟੂਰੇ ਜਾਂ ਪੂੜੀਆਂ ਖਾਂਦੇ ਹੈਗੇ ਆ ਉਹ ਪੂੜੀਆਂ ਤੇ ਖਾਣਾ ਘਟਾਈਏ, ਫਾਸਟ ਫੂਡ ਜਿਵੇਂ KFC ਤੇ ਮੈਕਡੋਨਲਡਸ ਜਾਂ 버ਗਰ ਕਿੰਗ ਦੇ ਜਿਹੜੇ ਫਰਾਈਡ ਸਟੱਫ ਹੈਗਾ, ਜਿੰਨਾ ਇਹ ਘੱਟ ਲਿਆ ਜਾਵੇ, ਜਿੰਨਾ ਇਹ ਫਾਸਟ ਫੂਡ ਘੱਟ ਲਿਆ ਜਾਵੇ, ਉਨਾ ਹੀ ਹੈਲਥ ਲਾਈਫ ਵਾਸਤੇ ਬੈਟਰ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕਿਸ ਏਜ ਵਿੱਚ ਚੈੱਕ ਕਰਨਾ ਚਾਹੀਦਾ, ਅਜੇ ਤੱਕ ਤਾਂ ਇਹੀ ਕਹਿੰਦੇ ਹੈ ਕਿ 40 ਸਾਲ ਜਾਂ ਦੀ ਏਜ ਤੋਂ ਬਾਅਦ ਤੁਹਾਨੂੰ ਇੱਕ ਹਾਰਟ ਦੇ ਵੱਲੋਂ ਜਾਂਚ ਕਰਨੀ ਚਾਹੀਦੀ ਹੈ। ਪਰ ਗਾਈਡਲਾਈਨਸ ਉਮੀਦ ਹੈ ਜਿਸ ਤਰ੍ਹਾਂ ਰੀਸੈਂਟਲੀ ਯੰਗਰ ਪੇਸ਼ੈਂਟਸ ਵਿੱਚ ਚੇਂਜ ਹੋ ਰਹੀਆਂ, ਤੁਹਾਨੂੰ ਇਹ ਚੈੱਕਅਪ 30 ਸਾਲ ਐਂਡ ਹੋ ਸਕਦਾ ਉਸ ਤੋਂ ਵੀ ਪਹਿਲਾਂ ਕਰਨ ਦੀ ਲੋੜ ਪਵੇ। ਉਸ ਦੇ ਨਾਲ ਜਿਸ ਪੇਸ਼ੈਂਟ ਦੀ ਫੈਮਿਲੀ ਵਿੱਚ ਹਾਰਟ ਅਟੈਕ ਜਾਂ ਹਾਰਟ ਦੀ ਬਿਮਾਰੀ ਦਾ ਰਿਸਕ ਜ਼ਿਆਦਾ ਹੈਗਾ ਜਾਂ ਜਿਸ ਪੇਸ਼ੈਂਟ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਉਸ ਨੂੰ ਐਜ਼ ਸੂਨ ਐਜ਼ ਪੋਸੀਬਲ ਅਰਲੀਅਰ ਦੈਨ 40 ਇਅਰਸ, ਮੇਬੀ ਐਟ 30 ਇਅਰਸ ਔਰ ਅਰਲੀਅਰ ਯੂ ਸ਼ੁੱਡ ਗੈਟ ਯੋਰ ਸੈਲਫ ਇਵੈਲੂਏਟ, ਆਪਣਾ ਚੈੱਕਅਪ ਕਰਾਉਣਾ ਚਾਹੀਦਾ ਹੈ। ਡਾਕਟਰ ਸਾਹਿਬ, ਤੁਸੀਂ ਅੱਜ ਸਾਨੂੰ ਸਮਾਂ ਦਿੱਤਾ ਔਰ ਆਪਣੇ ਯੂਜ਼ਫੁਲ ਟਿਪਸ ਜਿਹੜੇ ਹੈਗੇ ਲੋਕਾਂ ਨਾਲ ਸ਼ੇਅਰ ਕਰਨ ਦੇ ਲਈ, ਔਰ ਔਨ ਈਵ ਆਫ ਵਰਲਡ ਹਾਰਟ ਡੇ ਤੁਹਾਨੂੰ ਵਧਾਈ ਹੈ, ਕਿਉਂ ਲੋਕ ਨੇ ਜਿਹੜੇ ਪੇਸ਼ੈਂਟ ਤੁਹਾਡੇ ਨਾਲ ਜੁੜੇ ਹੋਏ ਨੇ, ਚਾਹੇ ਉਹ ਹਰਿਆਣਾ, ਚਾਹੇ ਹਿਮਾਚਲ ਹੈ, ਚਾਹੇ ਰਾਜਸਥਾਨ ਹੈ, ਬਹੁਤ ਲੋਕ ਸਿਫਤ ਕਰਦੇ ਨੇ ਇਸ ਗੱਲ ਦੀ ਕਿ ਜਦੋਂ ਅਸੀਂ ਡਾਕਟਰ ਕੇਂਦਰਾ ਕੋਲ ਜਾਂਦੇ ਹਾਂ ਤਾਂ ਉਹ ਇੱਕ ਐਸਾ ਡਾਕਟਰ ਹੈ ਜਿਹੜਾ ਆਪਣੀ ਅਗਲੇ ਦੀ ਪੋਕਟ ਵੱਲ ਨਹੀਂ ਦੇਖਦਾ, ਬਲਕਿ ਉਹ ਡਾਕਟਰੀ ਦੇ ਪ੍ਰੋਫੈਸ਼ਨ ਦੇ ਨਾਲ ਇੱਕ ਇਨਸਾਫ ਕਰਦਾ। ਅਸੀਂ ਲੱਕੀ ਹਾਂ ਕਿ ਸਾਨੂੰ ਤੁਹਾਡਾ ਸਮਾਂ ਮਿਲਾ ਔਰ ਤੁਸੀਂ ਆਪਣੀ ਇੰਨੀ ਭਾਰੀ OPD ਦੇ ਵਿੱਚ ਸਾਨੂੰ ਸਮਾਂ ਦਿੱਤਾ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ, ਔਰ ਆਦੇਸ਼ ਹਸਪੀਟਲ ਦੇ ਵਿੱਚ ਜਦੋਂ ਆਦੇਸ਼ ਦਾ ਨਾਮ ਆਉਂਦਾ ਔਰ ਸਾਰੀ ਜ਼ਿੰਦਗੀ ਆਉਂਦਾ ਰਹੂਗਾ, ਉਦੋਂ ਡਾਕਟਰ ਕੇਂਦਰਾ ਜਿਹੜਾ ਹੈਗਾ ਉਹਨੂੰ ਬਹੁਤ ਪਿਆਰ ਦੇ ਨਾਲ ਅਗਲਾ ਅਟੈਚ ਹੀ ਕਰੀ ਰੱਖੂਗਾ ਕਿ ਡਾਕਟਰ ਕੇਂਦਰਾ ਨੇ ਆਦੇਸ਼ ਨੂੰ ਚਲਾਉਣ ਦੇ ਵਿੱਚ ਆਪਣਾ, ਜਿੱਦਾਂ ਕਹਿੰਦੇ ਆ ਕਿ ਨੀਹਾਂ ਦੇ ਵਿੱਚ ਜਿਹੜੇ ਹੈਗੀ ਆਪਣੀ ਉਹ ਆਪਣੇ ਸਮਾਂ ਲਗਾਇਆ, ਕਦੇ ਸਮੇਂ ਦੀ ਪਰਵਾਹ ਨਹੀਂ ਕੀਤੀ, ਔਰ ਇਹਨੂੰ ਹਸਪੀਟਲ ਨੂੰ ਆਪਣੇ ਪ੍ਰਾਈਵੇਟ ਹਸਪੀਟਲ ਨਾਲੋਂ ਵੀ ਜ਼ਿਆਦਾ ਸੇਵਾ ਕਰਕੇ ਇਹਨੂੰ ਤੁਸੀਂ ਜਿਹੜਾ ਉੱਪਰ ਲੈ ਕੇ ਗਏ ਆ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਸਰ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ ਜੀ। ਇਹ ਆਪਣੇ ਆਦੇਸ਼ ਹਸਪੀਟਲ ਦਾ ਕੰਸੋਲ ਰੂਮ ਹੈ। ਇਹ ਆਪਣੀ ਕੈਥ ਲੈਬ ਹੈ। ਇੱਥੇ ਐਂਜੀਓਗ੍ਰਾਫੀ, ਐਂਜੀਓਪਲਾਸਟੀ, ਪਰਮਾਨੈਂਟ ਪੇਸਮੇਕਰ ਵਗੈਰਾ ਕਰਦੇ ਹਾਂ।